ਹਾਂਜੀ ਸਾਡੀ ਚੌਥੀ ਪੀੜ੍ਹੀ ਹੈ ਜੀ। ਇਹ ਸਾਡੇ ਪੜਦਾਦਾ ਜੀ ਨੇ ਬਣਾਈ ਸੀ। ਉਹ ਮਲੇਸ਼ੀਆ 'ਚ ਰਹਿੰਦੇ ਤੇ। ਉਹਨਾਂ ਦਾ ਨਾਮ ਨਿਰੰਜਨ ਸਿੰਘ ਤਾ ਜੀ। ਉਹਨਾਂ ਨੇ ਸੋਚਿਆ ਵੀ ਜਦ ਉਰੇ ਆ ਕੇ ਵੀ ਆਪਾਂ ਵਧੀਆ ਇਹੋ ਜਿਹਾ ਮਕਾਨ ਬਣਾਈਏ ਜਿਹੜਾ ਲਹਿਦਾ ਹੀ ਹੋਵੇ ਸਭ ਨਾਲ। ਤੇ ਹਾਂਜੀ ਹਾਂਜੀ ਇਹ ਸਾਰੇ ਮਿਸਤਰੀ ਜਾਣੇ ਦੀ ਉੱਚੇ ਪਿੰਡ ਸੰਘੋਲ ਦੇ ਤੇ ਜੀ। ਉਹ ਸਭ ਤੇ ਕਾਰੀਗਰ ਮੰਨੇ ਗਏ। ਮੁਸਲਮਾਨ ਹੁੰਦੇ ਤੇ ਸ਼ਾਇਦ ਉੱਥੇ ਦੇ, ਉਹੀ ਕਾਰੀਗਰ ਮੰਨੇ ਗਏ ਸਭ ਤੇ। ਇਹ ਆਪਣੇ ਬਜ਼ੁਰਗ ਮਲੇਸ਼ੀਆ ਤੋਂ ਆਏ ਸੀ ਜੀ, ਇਸ ਕਰਕੇ ਉੱਥੇ ਤੇ ਹੀ ਉਹ ਪਲਾਨ ਕਰਕੇ ਆਏ ਤੇ ਪਹਿਲਾਂ ਹੀ। ਤੇ ਉਹਨਾਂ ਨੇ ਮਿਸਤਰੀਆਂ ਨਾਲ ਸਲਾਹ ਕਰਕੇ ਜਿੱਦਾਂ ਸਹੀ ਦਾ ਉਹ ਬਣਾਇਆ। ਦੇਖਿਆ ਜਾਵੇ ਅੱਜ ਜੇ ਇਦਾਂ ਦਾ ਘਰ ਪਾਉਣਾ ਹੋਵੇ 3 ਮੰਜ਼ਲਾ ਤਾਂ ਕਰੋੜਾਂ ਰੁਪਏ ਲੱਗਦੇ ਆ, ਤਾਂ ਕੁਛ ਨਾ ਕੁਛ ਖਰਚ ਲੱਖਾਂ ਲਾ ਕੇ ਤਾਂ ਬਣੀ ਹੋਏਗੀ ਫਿਰ। ਹਾਂਜੀ ਬਣੇ ਤਾਂ ਲੱਖਾਂ ਦੇ ਹਿਸਾਬ 'ਚ ਹੋਊਗਾ, ਪਰ ਉਹ ਟਾਈਮ ਕੰਮ ਸਸਤਾ ਸੀ ਜੀ। ਅੱਜ ਵੀ ਰੁਤਬਾ ਉੱਦਾਂ ਦਾ ਹੀ ਹੈ ਜਿੱਦਾਂ ਦਾ ਉਹਨਾਂ ਦੇ ਟਾਈਮ ਵਿੱਚ ਸੀਗਾ। ਇਹ ਹਵੇਲੀ ਜਿਹੜਾ ਹੈਗਾ ਇੱਕ ਨਿਸ਼ਾਨੀ ਹੈ ਉਸ ਰੁਤਬੇ ਦੀ। ਇਹ ਸਾਡੀ ਇਹੀ ਸੋਚ ਹੈ ਵੀ ਜਿੰਨਾ ਚਿਰ ਹੋ ਸਕਿਆ ਤਾਂ ਸਾਂਭ ਕੇ ਰੱਖਾਂਗੇ ਉਹਦੀ ਨਿਸ਼ਾਨੀ ਨੂੰ। ਹੋਰ ਨਹੀਂ ਕੁਛ ਕਰ ਸਕਦੇ ਤਾਂ ਇਹਦੀ ਮੁਰੰਮਤ ਕਰਕੇ ਆਪਣੇ ਜਾਣੇ ਦੀ ਜਿਉਂਦੇ ਜਿਉਂਦੇ ਨਹੀਂ ਢਾਉਂਦੇ ਇਹਨੂੰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਾਂ ਸਤਨਾਮ ਸਿੰਘ। ਦੋਸਤੋ ਸਮਾਂ ਬੜਾ ਐਡਵਾਂਸ ਹੁੰਦਾ ਜਾ ਰਿਹਾ ਹੈ, ਨਵੀਆਂ ਚੀਜ਼ਾਂ ਬਣ ਰਹੀਆਂ। ਹਰ ਚੀਜ਼ ਨੂੰ ਬਣਾਉਣ ਦੇ ਤੌਰ ਤਰੀਕੇ ਬਦਲ ਗਏ ਨੇ। ਪੁਰਾਣੀਆਂ ਚੀਜ਼ਾਂ ਸਾਡੀ ਵਿਰਾਸਤ ਨਾਲ ਜੁੜੀਆਂ ਚੀਜ਼ਾਂ ਲੁਪਤ ਹੁੰਦੀਆਂ ਜਾ ਰਹੀਆਂ, ਪਰ ਅੱਜ ਵੀ ਟਾਵੀਂ ਕੋਈ ਉਸ ਸਮੇਂ ਦੀ ਜੋ ਨਿਸ਼ਾਨੀ ਹੈ ਕਿਤੇ ਨਾ ਕਿਤੇ ਸਾਨੂੰ ਜ਼ਰੂਰ ਮਿਲ ਜਾਂਦੀ ਹੈ, ਜਿਸ ਤੋਂ ਸਾਨੂੰ ਪਤਾ ਲੱਗਦਾ ਹੈ ਕਿਹੋ ਜਿਹਾ ਸਮਾਂ ਸੀ, ਕਿਹੋ ਜਿਹੇ ਉਹਨਾਂ ਲੋਕਾਂ ਦੇ ਵਿਚਾਰ ਸੀ, ਕਿਹੋ ਜਿਹੀਆਂ ਤਕਨੀਕਾਂ ਵਰਤੀਆਂ ਜਾਂਦੀਆਂ ਸੀ। ਬਹੁਤ ਸਾਰੀ ਜਾਣਕਾਰੀ ਉਹਨਾਂ ਚੀਜ਼ਾਂ ਤੋਂ ਸਾਨੂੰ ਮਿਲ ਜਾਂਦੀ ਹੈ। ਜਿਹੜੀ ਜਾਣਕਾਰੀ ਕਿਤਾਬਾਂ ਤੋਂ ਨਹੀਂ ਮਿਲਦੀ, ਉਨੀ ਸਹੀ ਜਾਣਕਾਰੀ ਅਸੀਂ ਉਹਨੂੰ ਨਹੀਂ ਮੰਨ ਸਕਦੇ, ਕਿਉਂਕਿ ਜੋ ਲਿਖਿਆ ਹੁੰਦਾ ਹੈ ਉਹਨਾਂ ਚੀਜ਼ਾਂ ਦੇ ਵਿੱਚ ਮਤਭੇਦ ਹੁੰਦੇ ਨੇ। ਕਿਸੇ ਦਾ ਕੋਈ ਵਿਚਾਰ ਹੁੰਦਾ, ਕਿਸੇ ਦਾ ਕੋਈ ਹੁੰਦਾ, ਪਰ ਜਦੋਂ ਕਈ ਚੀਜ਼ਾਂ ਸਾਨੂੰ ਸਾਹਮਣੇ ਮਿਲ ਜਾਂਦੀਆਂ ਨੇ ਤਾਂ ਪ੍ਰਤੱਖ ਨੂੰ ਕਿਸੇ ਫਿਰ ਪ੍ਰਮਾਣ ਦੀ ਲੋੜ ਨਹੀਂ ਰਹਿੰਦੀ। ਸੋ ਅੱਜ ਅਸੀਂ ਪਿੰਡ ਘੜੂਏ ਵਿੱਚੋਂ ਜਦੋਂ ਗੁਜ਼ਰਦੇ ਹਾਂ ਤਾਂ ਇੱਕ ਹਵੇਲੀ ਦੇ ਉੱਤੇ, ਪੁਰਾਣੀ ਹਵੇਲੀ ਦੇ ਉੱਤੇ ਨਿਗਾਹ ਪੈਂਦੀ ਹੈ। ਬਹੁਤ ਉੱਚੀ ਹਵੇਲੀ ਹੈ ਜਿਹੜੀ ਕਿ ਦੂਰੋਂ ਆਕਰਸ਼ਿਤ ਕਰਦੀ ਹੈ। ਜਦੋਂ ਗੱਲਬਾਤ ਅਸੀਂ ਕਰਦੇ ਹਾਂ ਸਾਨੂੰ ਰੁਪਿੰਦਰ ਸਿੰਘ ਜੀ ਮਿਲਦੇ ਨੇ, ਪਤਾ ਲੱਗਦਾ ਉਹਨਾਂ ਦੇ ਪੜਦਾਦਾ ਜੀ ਨੇ ਇਹ ਹਵੇਲੀ ਬਣਾਈ ਸੀ। ਹਵੇਲੀ ਬਾਰੇ ਬਾਕੀ ਸਾਰੀ ਜੋ ਕਹਾਣੀ ਹੈ ਉਹ ਇਹਨਾਂ ਨਾਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਪੰਜਾਬੀ ਲੋਕ ਚੈਨਲ 'ਤੇ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਤੁਸੀਂ ਚੱਲ ਕੇ ਆਏ ਸਾਡੇ ਘਰ ਵਿਖੇ, ਜੋ ਸਾਡੀ ਇਹ ਪੁਰਾਣੀ ਬਜ਼ੁਰਗਾਂ ਦੀ ਬਣਾਈ ਹੋਈ ਹਵੇਲੀ ਲੋਕਾਂ ਦੇ ਰੂਬਰੂ ਕਰੋਗੇ ਜੀ। ਇਹ ਜਿਹੜੀ ਹਵੇਲੀ ਹੈ ਜੀ, ਇਹ ਕਿਹੜੀ ਪੀੜ੍ਹੀ ਨੇ ਤੁਹਾਡੀ ਬਣਾਈ ਸੀ? ਹੁਣ ਤੁਹਾਡੀ ਕਿੰਨਵੀਂ ਪੀੜ੍ਹੀ ਚੱਲ ਗਈ ਉਸ ਤੋਂ ਬਾਅਦ? ਹਾਂਜੀ ਸਾਡੀ ਚੌਥੀ ਪੀੜ੍ਹੀ ਹੈ ਜੀ। ਇਹ ਸਾਡੇ ਪੜਦਾਦਾ ਜੀ ਨੇ ਬਣਾਈ ਸੀ। ਉਹ ਮਲੇਸ਼ੀਆ 'ਚ ਰਹਿੰਦੇ ਤੇ। ਉਹਨਾਂ ਦਾ ਨਾਮ ਨਿਰੰਜਨ ਸਿੰਘ ਤਾ ਜੀ। ਨਿਰੰਜਨ ਸਿੰਘ ਜੀ ਨੇ ਹਵੇਲੀ ਬਣਾਈ ਕਿ ਇੱਥੇ ਉਹ ਲੈਂਡਲੋਰਡ ਸੀ ਜਾਂ ਕੋਈ ਰੁਤਬੇਦਾਰ ਸੀਗੇ, ਜਾਂ ਮਲੇਸ਼ੀਆ ਵਿੱਚ ਕੰਮ ਕਰਕੇ ਉਹਨਾਂ ਨੇ ਸੁਪਨਾ ਦੇਖਿਆ ਸੀ ਕਿ ਇੱਥੇ ਇੱਕ ਵੱਡਾ ਮਕਾਨ ਪਾਉਣਾ? ਹਾਂਜੀ ਹਾਂਜੀ ਉਹਨਾਂ ਦਾ ਮਲੇਸ਼ੀਆ 'ਚ ਵਧੀਆ ਕੰਮ ਕਰਤਾ ਜੀ। ਉੱਥੇ ਰਾਬੜ ਦੇ ਆਪਣੇ ਬਾਗ 'ਤੇ ਉਹਨਾਂ ਨੇ ਸੋਚਿਆ ਵੀ ਜਦ ਉਰੇ ਆ ਕੇ ਵੀ ਆਪਾਂ ਵਧੀਆ ਇਹੋ ਜਿਹਾ ਮਕਾਨ ਬਣਾਈਏ ਜਿਹੜਾ ਲਹਿਦਾ ਹੀ ਹੋਵੇ ਸਭ ਨਾਲ। ਤੇ ਤਾਂ ਉਹਨਾਂ ਨੇ ਬਣਾਇਆ ਕੇ ਮਕਾਨ ਜੀ। ਅਸੀਂ ਅੱਜ ਵੀ ਦੇਖਦੇ ਹਾਂ ਜਿਹੜੇ ਪੰਜਾਬੀ ਬਾਹਰ ਜਾਂਦੇ ਆ ਜਾ ਕੇ ਬੜੀ ਸਖਤ ਮਿਹਨਤ ਕਰਦੇ ਆ, ਅਤੇ ਉਹਨਾਂ ਦਾ ਪਿੱਛੇ ਇੱਕ ਸੁਪਨਾ ਇਹ ਜ਼ਰੂਰ ਰਹਿੰਦਾ ਹੈ ਕਿ ਅਸੀਂ ਪੰਜਾਬ 'ਚ ਜਾ ਕੇ ਫਿਰ ਕੁਛ ਕਰੀਏ। ਕੁਛ ਲੋਕ ਆ ਕੇ ਇੱਥੇ ਪੁਰਾਣੇ ਫਾਰਮ ਬਣਾਉਂਦੇ ਆ, ਕੋਈ ਸ਼ੌਂਕ ਰੱਖਦੇ ਆ ਪਿੱਛੇ ਮੁੜਨ ਦਾ। ਹਮੇਸ਼ਾ ਪੰਜਾਬ ਦੀ ਖਿੱਚ ਰਹਿੰਦੀ ਹੈ, ਅਤੇ ਉਹ ਖਿੱਚ ਦਾ ਇਹ ਕਾਰਨ ਜਿਹੜਾ ਹੈਗਾ, ਇਹ 4 ਪੀੜ੍ਹੀਆਂ ਪਹਿਲਾਂ ਵੀ ਉਹੀ ਖਿੱਚ ਸੀ। ਅਤੇ ਇਹ ਹਵੇਲੀ ਜਿਹੜੀ ਬਣਦੀ ਹੈ, ਕਿੱਥੋਂ ਕਾਰੀਗਰ ਉਹ ਲੈ ਕੇ ਆਏ ਸੀ? ਕਿ ਇਹ ਆਮ ਤੌਰ 'ਤੇ ਇਹ ਘਰ ਬਣਦੇ ਸੀ ਉਦੋਂ, ਜਾਂ ਫਿਰ ਉਹਨਾਂ ਨੇ ਇਹ ਸਪੈਸ਼ਲੀ ਇੱਕ ਸੁਪਨਾ ਦੇਖਿਆ ਕਿ ਇੱਦਾਂ ਦਾ ਬਣਾਉਣਾ ਹੈ? ਹਾਂਜੀ ਇਹ ਜਦ ਮਿਸਤਰੀ ਆਪਣੇ ਬਜ਼ੁਰਗ ਦੱਸਦੇ ਤੇ ਜੀ ਵੀ ਜਾਂ ਤਾਂ ਢੰਗਰਾਲੀ ਪਿੰਡ 'ਚ ਤੇ ਜਾਂ ਉੱਚਾ ਪਿੰਡ ਸੰਘੋਲ ਜਿਹਨੂੰ ਕਹਿੰਦੇ ਆ। ਇਹ ਆਪਣਾ ਉੱਚਾ ਪਿੰਡ ਸੰਘੋਲ ਦੇ ਮਿਸਤਰੀ ਤੇ ਇੱਥੇ ਉੱਚਾ ਪਿੰਡ ਸੰਘੋਲ ਤੋਂ ਲਿਆ ਕੇ।
ਤੇ ਇਹ ਜਿਹੜੀ ਮੀਨਾਕਾਰੀ ਕੀਤੀ ਸੀ ਇਹ ਵੀ ਸਾਰੀ ਉਹਨਾਂ ਨੇ ਕੀਤੀ ਹੈ। ਦੇਖਦੇ ਬਹੁਤ ਸੁੰਦਰ ਕਲਾਕ੍ਰਿਤੀਆਂ ਜਿਹੜੀਆਂ ਇਹਦੇ ਉੱਤੇ ਬਣੀਆਂ ਹੋਈਆਂ ਹੈ। ਤੇ ਮੈਂ ਕਹਿਣਾ ਚਾਹਾਂਗਾ ਕਿ ਜ਼ਰੂਰ ਦਿਖਾਣ ਕਿ ਬਹੁਤ ਵਧੀਆ ਬੂਟੀਆਂ ਬਣਾਈਆਂ ਹੋਈਆਂ ਪੇਂਟ ਦੇ ਨਾਲ, ਹੱਥੀਂ ਕੰਮ ਜਿਹੜਾ ਕੀਤਾ ਹੋਇਆ ਸਾਰਾ। ਬਹੁਤ ਸੋਹਣੇ ਪਿੱਲਰ ਇਹਨਾਂ ਦੇ ਉੱਤੇ ਨਕਾਸ਼ੀ ਕੀਤੀ ਗਈ ਹੈ। ਲੱਕੜ ਦੇ ਦਰਵਾਜ਼ੇ, ਵਾਧਰਾ ਕੱਢਿਆ ਗਿਆ ਉੱਤੇ ਪਿੱਲਰ, ਬਹੁਤ ਸੋਹਣਾ ਕੰਮ ਕੀਤਾ ਹੋਇਆ। ਇਹ ਸਾਰਾ ਉਹ ਮਿਸਤਰੀਆਂ ਨੇ ਕੀਤਾ ਸੀ ਜਾਂ ਫਿਰ ਇਹ ਸਾਰੇ ਅਲੱਗ-ਅਲੱਗ ਬੰਦੇ ਇਹਨਾਂ ਨਾਲ ਲੱਗੇ ਸੀ? ਹਾਂਜੀ ਹਾਂਜੀ, ਇਹ ਸਾਰੇ ਮਿਸਤਰੀ ਜਾਣੇ ਦੀ ਉੱਚੇ ਪਿੰਡ ਸੰਘੋਲ ਦੇ ਤੇ ਜੀ। ਉਹ ਸਭ ਤੋਂ ਕਾਰੀਗਰ ਮੰਨੇ ਗਏ, ਮੁਸਲਮਾਨ ਹੁੰਦੇ ਤੇ ਸ਼ਾਇਦ ਉੱਥੇ ਦੇ, ਤੇ ਉਹੀ ਕਾਰੀਗਰ ਮੰਨੇ ਗਏ ਸਭ ਤੋਂ, ਉਹਨਾਂ ਨੇ ਬਣਾਈ ਹੋਈ ਹੈ। ਤੇ ਤੁਸੀਂ ਦੱਸਦੇ ਹੋ ਕਿ ਜਦੋਂ ਤੁਹਾਡੇ ਬਜ਼ੁਰਗ ਆਏ ਤੇ ਉਹਨਾਂ ਨੇ ਇਹ ਹਵੇਲੀ ਦਾ ਨਿਰਮਾਣ ਕਰਨ ਦਾ ਸੁਪਨਾ ਦੇਖਿਆ, ਪਰ ਅਸੀਂ ਦੇਖਦੇ ਹਾਂ ਕਿ ਜਦੋਂ ਪੁਰਾਣੇ ਘਰ ਦੇਖਦੇ ਹਾਂ ਇੰਨੀ ਹਾਈਟ ਨਹੀਂ ਸੀ ਹੁੰਦੀ, ਇਹ ਤਾਂ ਬਹੁਤ ਜ਼ਿਆਦਾ ਹਾਈਟ ਹੈ। ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਇੱਕ ਐਂ ਤਾਂ ਜੀ ਵੀ ਲਹਿਦੀ ਚੀਜ਼ ਬਣੇ, ਵੀ ਸਾਰੇ ਆਲੇ ਦੁਆਲੇ ਆਪਣੇ ਮਕਾਨ ਨਵੇਂ ਬਣ ਰਹੇ ਤੇ ਮਲੇਸ਼ੀਆ ਦੇ ਆ ਕੇ ਬਣਾ ਰਹੇ ਸੀ ਸਾਰੇ, ਤਾਂ ਉਹਨਾਂ ਨੇ ਇਹੋ ਜਿਹਾ ਸੁਪਨਾ ਲਿਆ ਵੀ ਲਹਿਦੇ ਹੀ ਬਣਾਈਏ ਆਪਾਂ ਸਾਰਿਆਂ ਨਾਲ। ਤੇ ਸਾਰੇ ਤੋਂ ਉੱਚਾ ਰੱਖਿਆ। ਹਾਂਜੀ ਹਾਂਜੀ ਹਾਂਜੀ, ਉਹਦੇ ਕਰਕੇ ਫਿਰ ਵੱਖਰੀ ਚੀਜ਼ ਬਣਾਈ ਉਹਨੇ। ਕਾਫੀ ਲੋਕ ਮਲੇਸ਼ੀਆ ਗਏ ਹੋਏ ਸੀ ਇੱਥੋਂ ਦੇ? ਹਾਂਜੀ ਹਾਂਜੀ, ਆਪਣੇ ਆਸ-ਪਾਸ ਦੇ ਸਾਰੇ ਬਜ਼ੁਰਗ ਮਲੇਸ਼ੀਆ ਹੀ ਸੀ ਜੀ ਪਹਿਲਾਂ। ਸੋ ਜਿੱਥੇ ਘੜੂਏ ਪਿੰਡ ਦਾ ਇੱਕ ਇਤਿਹਾਸ ਇਹ ਵੀ ਹੈ ਕਿ ਇੱਥੇ ਲੋਹੇ ਦੇ ਭਾਂਡੇ ਬਣਦੇ ਆ, ਤਾਂ ਇੱਕ ਦੂਜੀ ਗੱਲ ਫਿਰ ਇਹ ਵੀ ਹੈ ਵੀ ਬਹੁਤ ਪਿੰਡ ਦੇ ਲੋਕ ਮਲੇਸ਼ੀਆ ਗਏ ਹੋਏ ਸੀ ਹਾਂਜੀ ਹਾਂਜੀ, ਪਹਿਲਾਂ ਪੁਰਾਣੇ ਤੋਂ। ਬਜ਼ੁਰਗ ਮਲੇਸ਼ੀਆ ਹੀ ਆ ਆਪਣੇ ਸਾਰੇ। ਸੋ ਇੱਕ ਗੇੜਾ ਲਾ ਕੇ ਦੇਖੀਏ ਜੀ ਅੰਦਰ। ਹਾਂ, ਆਜੋ, ਸੋ ਨਾਲ ਆਜੋ। ਤੁਸੀਂ ਦੇਖੋ ਕਿ ਲੱਕੜ ਦੇ ਆ ਪੁਰਾਣੇ ਦਰਵਾਜ਼ੇ ਆ। ਇੱਕ ਗੱਲ ਮੈਂ ਹੋਰ ਦੱਸ ਦੇਣੀ ਚਾਹੁੰਦਾ ਕਿ ਇਹ ਦੋ ਪੋਰਸ਼ਨ ਬਣਾਏ ਹੋਏ ਆ। ਇੱਕ ਦਰਵਾਜ਼ਾ ਇਸ ਤਰਫ ਰਹਿੰਦਾ, ਦੂਜਾ ਇੱਕ ਸੱਜੇ ਪਾਸੇ ਹੈ। ਅੱਗੇ ਦੋ ਭਰਾ ਹੋਣ ਕਰਕੇ ਵੰਡਵੀਂ ਦੋ ਪਾਸੇ ਚਲ ਜਾਂਦੀ, ਹਾਲਾਂਕਿ ਇਹ ਵਰਤਦੇ ਹੁਣ ਵੀ ਸਾਂਝੀ ਹੈ, ਭਰਾਵਾਂ ਵਿੱਚ ਇਤਫਾਕ ਹੈਗਾ ਪਰਿਵਾਰ ਦੇ ਵਿੱਚ। ਪਰ ਇੱਕ ਸਾਈਡ ਨੂੰ ਫਿਰ ਉਹ ਰੰਗ ਕਰਵਾ ਦਿੰਦੇ ਕਿਉਂਕਿ ਉਹ ਪਰਿਵਾਰ ਕੈਨੇਡਾ ਰਹਿੰਦਾ, ਉਹਨਾਂ ਨੇ ਇਹਨੂੰ ਦੁਬਾਰਾ ਸਵਾਰਨ ਦੀ ਸੋਚੀ। ਪਰ ਇਹ ਜਿਹੜਾ ਹਿੱਸਾ ਵੀਰ ਹੋਰਾਂ ਦੇ ਕੋਲ ਹੈ, ਇਹ ਕਹਿੰਦੇ ਆ ਕਿ ਅਸੀਂ ਇਹਨੂੰ ਚਾਹੁੰਦੇ ਹਾਂ ਕਿ ਦੁਬਾਰਾ ਇਹਨੂੰ ਪਹਿਲਾਂ ਵਾਂਗ ਹੀ ਉਹੀ ਰੂਪ ਦਿੱਤਾ ਜਾਵੇ। ਬਾਈ ਜੀ ਕੋਸ਼ਿਸ਼ ਹੈਗੀ ਹੈ ਤੇ ਬੰਦੇ ਮਿਲੇ ਫਿਰ ਕਦੀ ਮੁੜ ਕੇ ਉੱਦਾਂ ਦੇ? ਹਾਂਜੀ ਹਾਂਜੀ, ਪਤਾ ਕਰਿਆ ਜੀ, ਇੱਕ ਦੋ ਥਾਂ ਗੱਲਾਂ ਚੱਲੀ ਆ, ਬੰਦੇ ਕਹਿ ਰਹੇ ਵੀ ਕਰ ਦੂੰਗੇ ਅਸੀਂ, ਵੀ ਦੇਖਦੇ ਹਾਂ ਹੁਣ ਪਲਾਨ ਹੈਗਾ ਆਪਣਾ ਬਣਾ ਰਹੇ ਹਾਂ। ਇਸ ਕਰਕੇ ਇਦਾਂ ਦਾ ਰੰਗ ਨਹੀਂ ਕਰਵਾਇਆ? ਹਾਂਜੀ ਹਾਂਜੀ। ਤੇ ਇਹਦੇ ਉੱਤੇ ਆ ਇੱਕ ਤਸਵੀਰਾਂ ਬਣੀਆਂ ਹੋਈਆਂ ਹੈ ਜਿਹੜੀਆਂ ਇਸ ਗੱਲ ਦੀ ਗਵਾਹੀ ਭਰਦੀਆਂ ਹੈ ਕਿ ਧਰਮ ਨਾਲ ਕਿੰਨਾ ਮੋਹ ਸੀ ਬਜ਼ੁਰਗਾਂ ਨੂੰ। ਇਸ ਤਰਫ ਤਸਵੀਰਾਂ ਬਣਾਈਆਂ ਹੋਈਆਂ ਹੈ, ਗੁਰੂ ਜੀ ਤੋਂ ਵਰ ਮੰਗਦੇ ਆ। ਗੁਰੂ ਸਾਹਿਬ 6ਵੇਂ ਪਾਤਸ਼ਾਹ ਘੋੜੇ 'ਤੇ ਸਵਾਰ ਨੇ, ਜਿੱਥੇ ਕਹਿੰਦੇ ਆ ਕਿ ਕੁਝ ਸਾਖੀ ਆਉਂਦੀ ਆ ਕਿ ਇੱਕ ਪਾਣ ਲੱਗਦੇ ਤੇ 7 ਪੈ ਜਾਂਦਾ ਹੈ ਤੇ 7 ਪੁੱਤਰਾਂ ਦੀ ਦਾਤ ਪ੍ਰਾਪਤ ਹੁੰਦੀ ਹੈ। ਇੱਕ ਪਾਸੇ ਦੇਖੀਏ ਗੁਰੂ ਨਾਨਕ ਦੇਵ ਜੀ, ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਹੱਥ ਵਿੱਚ ਰਵਾਬ ਲੈ ਕੇ ਬੈਠੇ ਨੇ। ਬਹੁਤ ਸੋਹਣੀਆਂ ਕਲਾਕ੍ਰਿਤੀਆਂ ਬਣੀਆਂ ਹੋਈਆਂ ਹੈ। ਭਾਜੀ ਦੂਸਰੀ ਤਰਫ ਜਿੱਥੇ ਹੁਣ ਪੇਂਟ ਕਰਾ ਦਿੱਤਾ ਗਿਆ, ਉੱਥੇ ਕੀ ਬਣਿਆ ਹੋਇਆ ਸੀ? ਉੱਥੇ ਜੀ 5 ਪਿਆਰਿਆਂ ਨੂੰ ਅੰਮ੍ਰਿਤ ਛਕਾਉਂਦੇ ਹੋਏ ਬਾਬਾ ਜੀ ਦੀਆਂ ਉਹ ਫੋਟੋ ਬਣੀਆਂ, ਤੇ ਇੱਕ ਨੈਣਾ ਦੇਵੀ ਵਾਲੀ ਮਾਤਾ ਦੀ ਸ਼ੇਰਾਂ ਵਾਲੀ ਦੀ ਫੋਟੋ ਬਣੀ ਹੋਈ ਸੀ, ਉਹ ਬਣੀ ਹੋਈ ਸੀ। ਸੋ ਇਹ ਲੋਕਾਂ ਦੇ ਧਾਰਮਿਕ ਵਿਸ਼ਵਾਸ ਦੀ ਵੀ ਗਵਾਹੀ ਭਰਦੇ ਨੇ ਜੋ ਇਹ ਚੀਜ਼ਾਂ ਬਣੀਆਂ ਹੋਈਆਂ। ਬਾਕੀ ਸਰੂਪ ਬਹੁਤ ਸੋਹਣਾ ਬਣਿਆ ਹੋਇਆ ਹੈ, ਜੋ ਦਿੱਖ ਹੈ ਸਾਰੀ ਘਾਟ ਬਹੁਤ ਵਧੀਆ ਘੜੀ ਹੋਈ ਹੈ। ਚਲੋ ਅੰਦਰ ਚੱਲਦੇ ਹਾਂ, ਦੇਖਦੇ ਹਾਂ ਕਿ ਅੰਦਰ ਕਿਸ ਤਰ੍ਹਾਂ ਦਾ। ਆਜੋ ਭਾਜੀ। ਅੰਦਰ ਇੱਥੇ ਤਾਂ ਹਨੇਰਾ ਹੈ ਨਾ, ਸੋ ਚੱਲਦੇ ਆ ਅੰਦਰ। ਹਾਲਾਂਕਿ ਹੁਣ ਇਹਨੂੰ ਉਸ ਤਰ੍ਹਾਂ ਵਰਤਦੇ ਨਹੀਂ, ਪਰ ਥੋੜ੍ਹੀ ਬਹੁਤੀ ਰੈਨੋਵੇਸ਼ਨ ਕਰਵਾ ਦਿੱਤੀ ਗਈ ਹੈ, ਟਾਈਲਾਂ ਲਗਵਾ ਦਿੱਤੀਆਂ ਆਸੇ ਪਾਸੇ ਤੇ ਥੋੜ੍ਹਾ ਜਿਹਾ ਮੋਡੀਫਿਕੇਸ਼ਨ ਕੀਤੀ ਹੈ। ਪਰ ਛੱਤ ਜੇ ਦੇਖੀਏ ਤਾਂ ਅਜੇ ਵੀ ਉਸੇ ਤਰ੍ਹਾਂ ਪੁਰਾਣੀ ਜਿਸ ਤਰ੍ਹਾਂ ਬਣਾਈ ਗਈ ਸੀ ਉਸੇ ਤਰ੍ਹਾਂ ਬਿਲਕੁਲ ਮਜ਼ਬੂਤ ਵੀ ਹੈ। ਇਹ ਬਾਲੇ ਕਿਸ ਚੀਜ਼ ਦੇ ਵਰਤੇ ਗਏ ਭਾਜੀ? ਇਹ ਲੱਕੜ ਇੰਨੀ ਮਜ਼ਬੂਤ ਜਿਹੜੀ ਹੈਗੀ ਬਿਲਕੁਲ ਅਜੇ ਕੋਈ ਤਰੇੜ ਨਹੀਂ ਦਿਖ ਰਹੀ, ਦਰਾਰ ਨਹੀਂ ਕੁਛ ਕਿਸੇ ਤਰ੍ਹਾਂ ਦੀ। ਬਾਲੇ ਸ਼ਾਇਦ ਮੇਰੇ ਖਿਆਲ 'ਚ ਜੀ ਸਫੈਦੇ ਦੇ ਹੀ ਆ ਜੀ, ਵਧੀਆ ਲੱਕੜ ਲੱਗੀ ਵੀ, ਸੁੱਕੇ ਲੱਗੇ ਹੋਏ ਪੂਰੇ, ਐਦਾਂ ਨਹੀਂ ਵੀ ਗਿੱਲਿਆਂ ਨਾਲ ਘੁੰਮ ਜਾਂਦੇ ਨਾ, ਗਿੱਲੇ ਤਾਂ ਬਾਲੇ ਆਪਾਂ ਲਾਉਣੇ, ਸੁੱਕੀ ਪੂਰੀ ਲੱਕੜ ਲੱਗੀ ਹੋਈ ਹੈ। ਸੋ ਆਓ ਅੱਗੇ ਚੱਲਦੇ ਹਾਂ। ਪਹਿਲੇ ਕਮਰੇ ਤੋਂ ਵਿੱਚੋਂ ਨਿਕਲ ਕੇ ਕਮਰੇ ਆ ਜਾਂਦੇ ਨੇ, ਨਾਲ ਇੱਕ ਛੋਟਾ ਜਿਹਾ ਗੈਲਰੀ ਆ ਤੇ ਉੱਤੇ ਚਾਨਣ ਦੇ ਲਈ ਵੀ ਰੱਖਿਆ ਹੋਇਆ ਤੇ ਨਾਲ ਪੌੜੀਆਂ ਜਾਂਦੀਆਂ। ਹਾਲਾਂਕਿ ਥੋੜ੍ਹੀਆਂ ਬਹੁਤੀਆਂ ਮੋਡੀਫਿਕੇਸ਼ਨਸ ਇਹਦੇ ਵਿੱਚ ਕੀਤੀਆਂ, ਪੁਰਾਣੇ ਤਰੀਕੇ ਨਾਲ ਹੀ ਪੌੜੀਆਂ ਬਣਾਈਆਂ ਗਈਆਂ। ਬਹੁਤ ਸੋਹਣੀ ਜੋ ਆਰਕੀਟੈਕਚਰ ਬਣਾਇਆ ਹੋਇਆ ਹੈ। ਤੁਸੀਂ ਦੇਖੋਗੇ ਕਿ ਥੋੜ੍ਹੀ ਜਗ੍ਹਾ ਦਾ ਯੂਜ਼ ਵੀ ਬਹੁਤ ਵਧੀਆ ਤਰੀਕੇ ਨਾਲ ਕੀਤਾ ਹੋਇਆ। ਹੁਣ ਇੱਥੇ ਉੱਤੇ 2 ਪਰਿਵਾਰ ਰਹਿੰਦੇ ਨੇ, ਸੋ
ਇੱਕੋ ਜਿਹਾ ਹਿਸਾਬ ਰੱਖਿਆ ਹੋਇਆ। ਵੀਰ ਨੇ ਸਾਨੂੰ ਦੱਸਿਆ ਕਿ ਜੇਕਰ ਇੱਕ ਕਿੱਲੀ ਇਸ ਸਾਈਡ ਲਗਾਈ ਹੋਈ ਹੈ ਲੱਕੜ ਦੀਆਂ ਬਣੀਆਂ, ਤਾਂ ਮੈਂ ਦਿਖਾਉਣਾ ਚਾਹਾਂਗਾ ਕਿ ਦੂਸਰੀ ਤਰਫ ਵੀ ਤੁਸੀਂ ਦੇਖੋਗੇ ਕਿ ਬਿਲਕੁਲ ਉਸੇ ਤਰ੍ਹਾਂ ਦਾ ਲੱਗਿਆ ਹੋਇਆ। ਇੱਕ ਕਿੱਲੇ ਦਾ ਵੀ ਫਰਕ ਦੋਨਾਂ ਘਰਾਂ ਦੇ ਵਿੱਚ ਪੋਰਸ਼ਨਾਂ ਦੇ ਵਿੱਚ ਨਹੀਂ ਰੱਖਿਆ ਗਿਆ। ਤੇ ਇਸ ਪਾਸੇ ਮੈਂ ਅੰਦਰ ਦਿਖਾਉਣਾ ਚਾਹਾਂਗਾ। ਹੁਣ ਇੱਥੇ ਰਿਹਾਇਸ਼ ਕਰਦੇ ਨੇ ਵੀਰ ਹੋਰੀ, ਤੇ ਅੰਦਰ ਦਾ ਜਿਹੜਾ ਕੰਮ ਹੈ ਉਹ ਅੱਜ ਵੀ ਪੁਰਾਣਾ ਹੀ ਹੈ। ਫਰਸ਼ ਪਏ ਹੋਏ ਨੇ ਤੇ ਇੱਥੇ ਦਿਖਾਉਣਾ ਚਾਹਾਂਗਾ ਤੁਹਾਨੂੰ ਕਿ ਉੱਤੇ ਸੀਲਿੰਗ ਕੀਤੀ ਹੋਈ ਹੈ, ਲੱਕੜ ਦੀ ਸੀਲਿੰਗ ਹੈ। ਪੁਰਾਣੇ ਤਰੀਕੇ ਨਾਲ ਅੱਜ ਵੀ ਜੋ ਚੀਜ਼ਾਂ ਚੱਲਦੀਆਂ ਹੈ, ਤਕਰੀਬਨ 100 ਸਾਲ ਹੋ ਗਏ ਹੋਣਗੇ। ਉਸ ਸਮੇਂ ਵੀ ਬਾਲਿਆਂ ਦੇ ਥੱਲੇ ਸੀਲਿੰਗ ਕੀਤੀ ਗਈ ਹੈ। ਬਹੁਤ ਖੂਬਸੂਰਤ ਲੱਕੜ ਦਾ ਇੱਥੇ ਕੰਮ ਕੀਤਾ ਹੋਇਆ। ਦੂਸਰੇ ਪਾਸੇ ਤੁਸੀਂ ਦੇਖੋਗੇ ਕਿ ਕਮਰਿਆਂ ਦੀ ਜਿਹੜੀ ਬਣਾਵਟ ਹੈ ਉਹ ਬਹੁਤ ਸੋਹਣੀ ਬਣਾਈ ਹੋਈ ਹੈ। ਬਾਹਰ ਤੋਂ ਹਵਾ ਆਉਣ ਦੇ ਲਈ ਖਿੜਕੀਆਂ ਲਗਾਈਆਂ ਗਈਆਂ ਨੇ। ਤੇ ਭਾਜੀ ਇਹ ਉੱਚੀ ਕਿੰਨੀ ਹੈ, ਇਹਦੀ ਹਾਈਟ ਕਿੰਨੀ ਹੈ? ਇਹਦੀ ਹਾਈਟ ਜੀ ਤਕਰੀਬਨ 60 ਫੁੱਟ ਹੋਊਗੀ ਜੀ, ਬੇਸ ਤੇ ਲੈ ਕੇ 60 ਫੁੱਟ ਦੇ ਤਕਰੀਬਨ ਉੱਚੀ ਹੈ। ਤੇ ਜਿਹੜੇ ਫਰਸ਼ ਵਗੈਰਾ ਦਾ ਕੰਮ ਸੀਗਾ, ਇਹ ਡਿਜ਼ਾਈਨ ਜਿਹੜੇ ਪਾਏ ਹੋਏ ਨੇ, ਇਹ ਪਹਿਲਾਂ ਹੀ ਹੋਇਆ ਹੋਇਆ ਸੀ ਉਦੋਂ? ਹਾਂਜੀ ਹਾਂਜੀ, ਇਹ ਸਾਰਾ ਕੁਝ ਉਦੋਂ ਦਾ ਹੀ ਹੋਇਆ ਵਾ। ਸੋ ਮੈਂ ਦਿਖਾਉਣਾ ਚਾਹਾਂਗਾ ਕਿ ਫਰਸ਼ ਜਿਹੜੇ ਹੈਗੇ ਨੇ ਬਹੁਤ ਸੁੰਦਰ ਡਿਜ਼ਾਈਨ ਪਾ ਕੇ ਜਿਹੜੇ ਇਹ ਫਰਸ਼ ਪਾਏ ਹੋਏ ਨੇ। ਸੋ ਅੱਜ ਵੀ ਖੜਾ ਇਹ ਕੰਮ। ਅਸੀਂ ਦੇਖਦੇ ਹਾਂ ਭਾਜੀ ਕਿ ਪੁਰਾਣੇ ਜਿਹੜੇ ਘਰ ਨੇ ਉਹ ਅੱਜ ਵੀ ਉਸੇ ਤਰ੍ਹਾਂ ਖੜੇ ਨੇ, ਮਜ਼ਬੂਤ ਨੇ। ਕੰਧਾਂ ਦਿਖਾਣੀ ਚਾਹਾਂਗਾ ਕਿ ਉਸੇ ਤਰ੍ਹਾਂ ਖੜੀਆਂ ਨੇ। ਨਵੇਂ ਘਰ ਅਸੀਂ ਦੇਖਦੇ ਹਾਂ ਕਾਲੀ ਵਿੱਚ ਬਣਦੇ ਨੇ, ਨਾਲ ਹੀ ਤਰੇੜਾਂ ਵੱਟ ਜਾਂਦੀਆਂ, ਲੈਂਟਰ ਵੀ ਤਿੜ ਜਾਂਦੇ ਆ, ਉਹ ਉਨੀ ਮਜ਼ਬੂਤੀ ਨਹੀਂ ਰਹਿੰਦੀ। ਸਮਾਂ ਪਤਾ ਕਿੰਨਾ ਲੱਗ ਗਿਆ ਸੀ ਇਹਨੂੰ ਬਣਨ ਨੂੰ? ਤਕਰੀਬਨ ਸਮਾਂ ਤਕਰੀਬਨ 3 ਸਾਲ ਦੇ ਗੇੜ ਲੱਗੇ ਤੇ ਜੀ ਇਹਨੂੰ ਬਣਨ ਨੂੰ। 3 ਸਾਲ। ਮਜ਼ਦੂਰ ਕਿੰਨੇ ਲੱਗੇ ਰਹੇ? ਕੁਛ ਮਜ਼ਦੂਰ ਤਾਂ ਇੰਨਾ ਕੋਈ ਨੌਲੇਜ ਨਹੀਂ ਹੈ ਜੀ, ਇੰਨੀ ਬਹੁਤੀ ਵੀ ਜਾਣੀ 3 ਸਾਲ ਦੇ ਗੇੜ ਟਾਈਮ ਲੱਗ ਗਏ ਤੈਨੂੰ। ਜਦੋਂ ਤੁਸੀਂ ਯਤਨ ਕਰਦੇ ਹੋ ਕਿ ਤੁਸੀਂ ਇਹਨੂੰ ਉਸੇ ਤਰੀਕੇ ਨਾਲ ਰੈਨੋਵੇਟ ਕਰਾਉਣਾ ਹੈ, ਤਾਂ ਉੱਚੇ ਪਿੰਡ ਤੁਸੀਂ ਜਾ ਕੇ ਕੋਸ਼ਿਸ਼ ਕੀਤੀ? ਉਹਨਾਂ ਜਿਹੜੇ ਮਿਸਤਰੀਆਂ ਨੇ ਬਣਾਇਆ ਸੀ ਉਹਨਾਂ ਦੇ ਵਾਰਿਸ ਅੱਗੇ ਹੋਣਗੇ, ਉਹ ਕੰਮ ਕਰਦੇ? ਕੁਝ ਪਤਾ ਲੱਗਿਆ ਇਸ ਤਰ੍ਹਾਂ? ਹਾਂਜੀ, ਬਣਾਉਣ ਵਾਲੇ ਤਾਂ ਚਲੋ ਮਿਲ ਜਾਣਗੇ, ਪਰ ਜਿੱਦਾਂ ਪੇਂਟ ਮੂਰੇ ਹੋਇਆ ਵਾ ਉਹ ਕਰਨ ਵਾਲਾ ਬੰਦਾ ਨਹੀਂ ਛੇਤੀ ਛੇਤੀ ਮਿਲਦਾ ਹੈ। ਸੰਘੋਲ ਜਿੱਥੋਂ ਤੁਸੀਂ ਦੱਸ ਰਹੇ ਹੋ ਕਿ ਉੱਚੇ ਪਿੰਡ ਤੋਂ ਇਹ ਬਣਾਇਆ ਸੀ, ਉੱਥੇ ਤੁਸੀਂ ਯਤਨ ਕੀਤਾ ਦੁਬਾਰਾ ਜਾ ਕੇ ਪਤਾ ਕਰਨ ਦਾ? ਹਾਂਜੀ ਨਹੀਂ, ਹੁਣ ਉੱਥੇ ਕੋਈ ਨਹੀਂ ਹੈ ਜੀ ਉਹਨਾਂ ਦਾ, ਮਿਸਤਰੀਆਂ ਦਾ। ਬਣਾਉਣ ਵਾਲੇ ਹੈਗੇ ਆ ਪਰ ਪੇਂਟ ਵਾਲਾ ਕੋਈ ਨਹੀਂ ਮਿਲ ਰਿਹਾ ਜੀ। ਇਹ ਆਪਣਾ ਉਰੇ ਸ਼ੂਟਿੰਗ ਲਈ ਆਏ ਸੀ ਜਦੋਂ ਇੱਕ ਫਿਲਮ ਵਾਲੇ, ਕੋਈ ਚੋਰੀ ਦਾ ਸੀਨ ਦਿਖਾਉਣਾ ਤੇ ਉਹਨੇ, ਤੇ ਜਾਲ ਬਣਿਆ ਹੋਇਆ। ਉਹ ਕਹਿੰਦੇ ਵੀ ਇਹ ਜਾਲ ਪੱਟ ਦਿਓ, ਅਸੀਂ ਤੁਹਾਨੂੰ ਜਿੰਨੇ ਵੀ ਹੋਊਗੀ ਉਹਦੀ ਪੇਮੈਂਟ ਕਰਾਂਗੇ। ਪਰ ਅਸੀਂ ਕਿਹਾ ਵੀ ਨਹੀਂ, ਇਹ ਆਪਾਂ ਨੇ ਛੇੜਨੀ ਨਹੀਂ ਹੈ ਚੀਜ਼ ਜਿਹੜੀ ਪੁਰਾਣੀ ਲੱਗੀ ਹੋਈ ਹੈ, ਵੀ ਇਹ ਨਹੀਂ ਛੇੜਨੀ ਹੈ। ਸੋ ਜਿਹੜੀ ਚੀਜ਼ਾਂ ਦਿਲ ਦੇ ਕਰੀਬ ਹੁੰਦੀਆਂ ਨੇ ਉਹਨਾਂ ਨਾਲ ਛੇੜਖਾਨੀ ਨਹੀਂ ਕੀਤੀ ਜਾਂਦੀ, ਕਿਉਂਕਿ ਪੈਸਾ ਹੀ ਅਹਿਮ ਨਹੀਂ ਹੁੰਦਾ, ਕਈ ਵਾਰ ਚੀਜ਼ਾਂ ਵੀ ਅਹਿਮ ਹੁੰਦੀਆਂ। ਸੋ ਇਹ ਖਾਸ ਗੱਲ ਹੈ ਕਿ ਫਿਲਮ ਵਾਲੇ ਵੀ ਇਹਨਾਂ ਨੂੰ ਅਪਰੋਚ ਕਰਦੇ ਨੇ, ਪਰ ਮੰਗ ਰੱਖਦੇ ਨੇ ਕਿ ਇਹ ਜਾਲ ਪੱਟਿਆ ਜਾਊਗਾ। ਹਾਲਾਂਕਿ ਪੈਸੇ ਪਿੱਛੇ ਬਹੁਤ ਕੁਝ ਹੋ ਜਾਂਦਾ ਅੱਜ ਦੇ ਸਮੇਂ ਵਿੱਚ। ਲੋਕੀ ਭਰਾ ਭਰਾ ਦਾ ਕਤਲ ਵੀ ਕਰ ਦਿੰਦਾ ਹੈ, ਪਰ ਜਦੋਂ ਕਦਰਾਂ ਕੀਮਤਾਂ ਦਿਲ ਦੇ ਅੰਦਰ ਹੁੰਦੀਆਂ, ਕੁਝ ਲੋਕ ਹੀ ਇਹੋ ਜਿਹੇ ਹੁੰਦੇ ਆ ਜਿਹੜੇ ਕਦਰਾਂ ਕੀਮਤਾਂ ਦੇ ਨਾਲ ਆਪਣੀਆਂ ਜੁੜੇ ਹੁੰਦੇ ਨੇ, ਮੋਹ ਹੁੰਦਾ ਹੈ। ਸੋ ਇਹਨਾਂ ਨੇ ਇਹ ਜਾਲ ਵੀ ਨਹੀਂ ਪੱਟਿਆ, ਪੈਸੇ ਨੂੰ ਠੁਕਰਾ ਦਿੱਤਾ। ਇਹ ਆਪਣੇ ਆਪ ਦੇ ਵਿੱਚ ਇੱਕ ਖਾਸ ਗੱਲ ਹੈ। ਸੋ ਦੇਖਦੇ ਹਾਂ ਇਸ ਤੋਂ ਉੱਤੇ ਕੀ ਬਣਿਆ ਹੋਇਆ, ਉਸ ਵੱਲ ਲੈ ਚੱਲਦੇ ਹਾਂ ਤੁਹਾਨੂੰ। ਸੋ ਲੈਂਟਰ ਜਿਹੜਾ ਭਾਜੀ ਇਹ ਬਾਅਦ ਵਿੱਚ ਫਿਰ ਤੁਸੀਂ ਪਾਇਆ, ਇਹ ਜਿਹੜਾ ਲੈਂਟਰ ਹੈ ਕੀ ਚੀਜ਼ ਹੈ? ਹਾਂਜੀ ਹਾਂਜੀ, ਇਹ ਆਪਾਂ ਨੇ ਹੈ ਥੱਲੇ ਬਾਲੀ ਹੈ, ਉਹਦੇ ਉੱਪਰ ਜਾਣੀ ਦੀ ਪਲਾਸਟਰ ਕਰਕੇ ਸੀਮੈਂਟ ਪਾ ਕੇ ਚੰਗੀ ਤਰ੍ਹਾਂ ਲੈਂਟਰ ਵਾਂਗੇ ਬਣਾ ਲਿਆ। ਉੱਪਰ ਚੋਣ ਲੱਗ ਗਿਆ ਸੀ ਤਾਂ ਕਰਕੇ ਮਜ਼ਬੂਤੀ। ਕੁਛ ਉੱਤੇ ਚੱਲਦੇ ਆ ਨਾਲ। ਕੁਛ ਤੁਹਾਡੇ ਬਜ਼ੁਰਗਾਂ ਨੇ ਤੁਹਾਨੂੰ ਇਹ ਦੱਸਿਆ ਕਦੀ ਕਿ ਕਿੰਨੀ ਇੱਟ ਜਿਹੜੀ ਇਸ ਹਵੇਲੀ ਦੇ ਵਿੱਚ ਲੱਗ ਗਈ? ਕਿਉਂਕਿ 3 ਮੰਜ਼ਲਾਂ ਜਿਸ ਤਰ੍ਹਾਂ ਇਹ ਬਣੀ ਹੋਈ ਹੈ, ਤਾਂ ਇੱਟ ਤਾਂ ਇਹਦੇ ਵਿੱਚ ਕਾਫੀ ਲੱਗੀ ਹੋਏਗੀ ਫਿਰ? ਹਾਂਜੀ ਹਾਂਜੀ, ਇੱਟ ਕਾਫੀ ਲੱਗੀ ਹੋਈ ਹੈ। ਇਹਦੀ ਜਾਣੀ ਦੀ ਨਿਉਆਂ ਜਿਹੜੀਆਂ ਉਹ 30 ਇੰਚੀ ਹੈ, ਉਹਦੇ ਉੱਪਰ ਆ ਕੇ 24 ਇੰਚੀ, 18 ਇੰਚੀ, 12 ਇੰਚੀ, 9 ਇੰਚੀ ਇੱਦਾਂ ਕੰਧਾਂ ਹੋਈਆਂ ਹੋਈਆਂ ਇਹ ਸਾਰੀਆਂ, ਮਜ਼ਬੂਤੀ 'ਚ ਬਣੀ ਹੋਈ ਹੈ ਸਾਰੀ। ਅੱਜ ਇਹ ਜਿਹੜਾ ਸਾਰਾ ਕੰਮ ਹੈ ਇਹ ਇੰਜੀਨੀਅਰ ਕਰਦੇ, ਵੱਡੇ ਵੱਡੇ ਇੰਨੀ ਵੱਡੀਆਂ ਬਿਲਡਿੰਗਾਂ ਬਣਾਉਣ ਨੂੰ ਇੰਜੀਨੀਅਰ ਲੱਗ ਜਾਂਦੇ ਆ। ਇਹ ਫਿਰ ਸਾਰਾ ਮਿਸਤਰੀਆਂ ਨੇ ਪਲਾਨ ਕੀਤਾ ਵੀ ਥੱਲੇ 3 ਇੰਚ ਬਣੇਗੀ, ਫਿਰ 24 ਇੰਚ 18 ਇੰਚ ਦੀਵਾਰ ਹੋਏਗੀ ਉੱਤੇ, ਇਸ ਤਰ੍ਹਾਂ ਦਾ ਕੰਮ? ਹਾਂਜੀ, ਆਪਣੇ ਬਜ਼ੁਰਗ ਮਲੇਸ਼ੀਆ ਤੋਂ ਆਏ ਸੀ ਜੀ, ਇਸ ਕਰਕੇ ਉੱਥੇ ਤੇ ਹੀ ਉਹ ਪਲਾਨ ਕਰਕੇ ਆਏ ਤੇ ਪਹਿਲਾਂ ਹੀ, ਤੇ ਉਹਨਾਂ ਨੇ ਮਿਸਤਰੀਆਂ ਨਾਲ ਸਲਾਹ ਕਰਕੇ ਜਿੱਦਾਂ ਸਹੀ ਦਾ ਉਹ ਬਣਾਇਆ। ਖਰਚ ਤਾਂ ਇਹਦੇ ਉੱਤੇ ਕਾਫੀ ਹੋ ਗਿਆ ਹੋਵੇਗਾ, ਜਿਸ ਤਰ੍ਹਾਂ ਫਿਰ ਲੱਖਾਂ ਰੁਪਏ ਤਾਂ ਉਹਨਾਂ ਦਿਨਾਂ 'ਚ ਲੱਗੇ ਹੀ ਹੋਣਗੇ। ਜੇ ਅੱਜ ਦੇਖਿਆ ਜਾਵੇ, ਅੱਜ ਜੇ ਇੱਦਾਂ ਦਾ ਘਰ ਪਾਉਣਾ ਹੋਵੇ 3 ਮੰਜ਼ਲਾ ਤਾਂ ਕਰੋੜਾਂ ਰੁਪਏ ਲੱਗਦੇ ਆ।
ਤਾਂ ਕੁਛ ਨਾ ਕੁਛ ਖਰਚ ਲੱਖਾਂ ਲਾ ਕੇ ਤਾਂ ਬਣੀ ਹੋਏਗੀ ਫਿਰ। ਹਾਂਜੀ, ਬਣੇ ਤਾਂ ਲੱਖਾਂ ਦੇ ਹਿਸਾਬ 'ਚ ਹੋਊਗਾ, ਪਰ ਉਹ ਟਾਈਮ ਕੰਮ ਸਸਤਾ ਸੀ ਜੀ। ਦਿਹਾੜੀ ਵੀ 20 ਪੈਸੇ 25 ਪੈਸੇ ਇਦਾਂ ਹੁੰਦੀ ਸੀ। ਬਾਕੀ ਚੀਜ਼ਾਂ ਸਭ ਸਸਤੀਆਂ ਸੀ ਜ਼ਿਆਦਾ ਜਿਸ ਟਾਈਮ ਬਣੀ ਆ। ਕੁਛ ਲੋਕ ਆਪ ਮਦਦ ਬਹੁਤ ਕਰਦੇ ਜੀ ਉਹ ਟਾਈਮ। ਇਦਾਂ ਨਹੀਂ ਸੀ ਵੀ ਸਾਰਾ ਕੁਛ ਲੇਬਰ 'ਤੇ ਹੀ ਛੱਡਤਾ, ਆਪ ਨਾਲ ਇਕੱਠੇ ਹੋ ਕੇ ਬਹੁਤ ਕਰਦੇ ਸੀ। ਤੁਹਾਡੇ ਬਜ਼ੁਰਗ ਫਿਰ ਮਲੇਸ਼ੀਆ ਤੋਂ ਆ ਕੇ ਇੱਥੇ ਰਹੇ ਵੀ ਹੈ ਜਾਂ ਫਿਰ ਇੱਕ ਇਹ ਸ਼ੌਂਕ ਲਈ ਹੀ ਉਹਨਾਂ ਨੇ ਬਣਾਈ ਸੀ? ਬਾਅਦ 'ਚ ਦਾਦਾ ਜੀ ਰਹੇ ਜਾਂ ਪੜਦਾਦਾ ਜੀ ਰਹਿੰਦੇ ਰਹੇ ਇੱਥੇ? ਹਾਂਜੀ, ਪੜਦਾਦਾ ਜੀ ਤਾਂ ਮਲੇਸ਼ੀਆ ਹੀ ਰਹੇ ਆ ਜੀ। ਉਹ ਤੋਂ ਬਾਅਦ ਦਾਦਾ ਜੀ 1985-86 'ਚ ਇੱਥੇ ਆ ਗਏ ਸੀ ਜੀ। ਉਹ ਤੋਂ ਬਾਅਦ ਇੱਥੇ ਆਪਣਾ ਪੰਜਾਬ ਹੀ ਰਹੇ ਜੀ। ਸੋ ਮੈਂ ਦਿਖਾਉਣਾ ਚਾਹਾਂਗਾ ਕਿ ਸਾਰਾ ਪਿੰਡ ਦਿਸਦਾ ਇਹਨਾਂ ਦੀ ਹਵੇਲੀ ਤੋਂ। ਜਿਸ ਤਰ੍ਹਾਂ ਦੱਸਿਆ ਵੀਰ ਜੀ ਨੇ ਕਿ ਸਾਰੇ ਪਿੰਡ ਦੀਆਂ ਇਮਾਰਤਾਂ ਬਣਨ ਤੋਂ ਬਾਅਦ ਇਹ ਉੱਚੀ ਹਵੇਲੀ ਬਣਾਈ ਸੀ। ਮੈਂ ਦਿਖਾਉਣਾ ਚਾਹਾਂਗਾ ਕਿ ਇਸ ਦੇ ਬਿਲਕੁਲ ਨਾਲ ਹੀ ਹੋਰ ਵੀ ਹਵੇਲੀਆਂ ਬਣੀਆਂ ਹੋਈਆਂ, ਚੁਬਾਰੇ ਪਏ ਹੋਏ ਨੇ। ਹਾਲਾਂਕਿ ਕੁਛ ਇੱਕ ਪਾਸੇ ਢਾਣ ਦਾ ਵੀ ਕੰਮ ਚੱਲ ਰਿਹਾ, ਹੁਣ ਢਾਣ ਵੀ ਲੱਗ ਗਏ ਕੁਛ ਲੋਕ, ਅਤੇ ਦੂਸਰੇ ਪਾਸੇ ਵੀ ਸਾਹਮਣੇ ਇਸ ਦੇ ਬਿਲਕੁਲ ਇੱਕ ਹੋਰ ਹਵੇਲੀ ਬਣੀ ਹੋਈ ਆ। ਪਰ ਇਹ ਹਵੇਲੀ ਦਾ ਪਿੰਡ 'ਚੋਂ ਇੰਨੀ ਉੱਚੀ ਹੋਣ ਦਾ ਕਾਰਨ ਇਹ ਆ ਕਿ ਜਦੋਂ ਆਸੇ-ਪਾਸੇ ਸਾਰੇ ਘਰ ਬਣ ਗਏ ਸੀ ਤਾਂ ਇਹਨਾਂ ਨੇ ਉਦੋਂ ਇਹ ਸੁਪਨਾ ਲਿਆ ਸੀ ਕਿ ਸਾਰਾ ਪਿੰਡ ਜਦੋਂ ਬਣ ਜਾਏਗਾ ਉਸ ਤੋਂ ਬਾਅਦ ਇੱਕ ਉੱਚੀ ਹਵੇਲੀ ਬਣਾਉਣਗੇ। ਕਦੀ ਹੁਣ ਸ਼ੂਟਿੰਗਾਂ ਵਗੈਰਾ ਲਈ ਅਪਰੋਚ ਕਰਦੇ ਭਾਜੀ ਕਿ ਸ਼ੂਟਿੰਗ ਕਰਨੀ, ਕਿਉਂਕਿ ਲੱਭਦੇ ਰਹਿੰਦੇ ਆ ਜਦੋਂ ਪੁਰਾਣੀਆਂ ਫਿਲਮਾਂ ਬਣਨੀਆਂ ਹੁੰਦੀਆਂ, ਇਸ ਤਰ੍ਹਾਂ ਦੀ ਕਦੀ ਇੱਥੇ ਕੋਈ ਸ਼ੂਟ ਵਗੈਰਾ ਹੋਇਆ? ਹਾਂਜੀ, ਸ਼ੂਟਿੰਗਾਂ ਹੁੰਦੀਆਂ ਰਹਿੰਦੀਆਂ ਜੀ, ਗੀਤਾਂ ਦੀਆਂ, ਪੰਜਾਬੀ ਦੀਆਂ, ਫਿਲਮ ਦੇ ਵੀ ਸੀਨ ਹੋਏ ਕਈ, ਹੁੰਦੀ ਰਹਿੰਦੀ ਜੀ ਸ਼ੂਟਿੰਗ। ਸੋ ਇਹ ਚੀਜ਼ ਜਿਹੜੀ ਹੈਗੀ ਆ ਇੱਥੇ ਉੱਤੇ ਤੁਸੀਂ ਦੇਖੋ, ਮੈਂ ਕਹਿਣਾ ਚਾਹਾਂਗਾ ਕਿ ਦਿਖਾਇਆ ਜਾਵੇ। ਇਹ ਆ ਟੌਪ ਹੈ ਬਿਲਕੁਲ, ਇੱਥੇ ਬੈਠਣ ਦੇ ਲਈ ਬਣਾਈ ਹੋਈ ਹੈ। ਉੱਤੇ ਛੱਤ ਪਈ ਹੋਈ ਹੈ, ਭਾਵੇਂ ਥੋੜ੍ਹਾ ਬਹੁਤ ਉੱਤੋਂ ਸੀਮੈਂਟ ਹੁਣ ਝੜ ਗਿਆ, ਪਰ ਪਤਾ ਲੱਗਦਾ ਕਿ ਕੰਮ ਕਰਨ ਦਾ ਤਰੀਕਾ ਉਦੋਂ ਕਿੱਦਾਂ ਦਾ ਸੀਗਾ। ਟਾਇਲ ਲੱਗੀ ਹੋਈ ਹੈ ਅਤੇ ਟਾਇਲ ਲਾ ਕੇ ਥੱਲੇ ਸੀਮੈਂਟ ਦਾ ਪਲਸਤਰ ਕੀਤਾ ਗਿਆ। ਇਸ ਸਾਈਡ ਬਹਿਣ ਲਈ ਇੱਕ ਵਧੀਆ ਹਵਾਦਾਰ ਜਗ੍ਹਾ ਬਣਾਈ ਹੋਈ ਆ, ਬੈਠਿਆ ਜਾ ਸਕਦਾ। ਅਤੇ ਬਾਹਰੋਂ ਜਦੋਂ ਦੇਖਦੇ ਹਾਂ ਤਾਂ ਇੱਕ ਵਧੀਆ ਦਿੱਖ ਆਉਂਦੀ ਹੈ, ਸਾਰਾ ਪਿੰਡ ਇੱਥੋਂ ਨਜ਼ਰੀ ਪੈਂਦਾ। ਅਤੇ ਭਾਜੀ ਬਜ਼ੁਰਗਾਂ ਦੀ ਧਰੋਹਰ ਹੈ। ਹੁਣ ਵੀ ਕੋਈ ਮਲੇਸ਼ੀਆ ਵਿੱਚ ਬਾਹਰ ਹੈਗਾ ਇਸ ਸਮੇਂ, ਜਾਂ ਫਿਰ ਹੁਣ ਤੁਸੀਂ ਇੱਧਰ ਹੀ ਕੰਮ ਕਰਦੇ ਹੋ? ਨਹੀਂ, ਮਲੇਸ਼ੀਆ ਤਾਂ ਨਹੀਂ ਹੈ ਜੀ ਹੁਣ ਕੋਈ। ਹੁਣ ਤਾਇਆ ਜੀ ਸਾਡੇ ਕੈਨੇਡਾ ਰਹੇ ਜੀ, ਕੈਨੇਡਾ ਚਲੇ ਗਏ। ਹੁਣ ਇਹ ਦੋ ਹਿੱਸਿਆਂ ਜਿਹੜੀ ਵੰਡੀ ਹੋਈ ਆ ਉਹ ਤਾਇਆ ਜੀ, ਜਿਹੜੇ ਇੱਕ ਹਿੱਸਾ ਜਿਨ੍ਹਾਂ ਕੋਲ ਹੈਗਾ ਉਹ ਕੈਨੇਡਾ ਰਹਿੰਦੇ ਨੇ? ਹਾਂਜੀ, ਦੋ ਹਿੱਸੇ ਤਾਂ ਉੱਦਾਂ ਹੀ ਹੈ ਜੀ, ਦਿਲ ਦਾ ਪਿਆਰ ਤਾਂ ਇੱਕ ਹੀ ਹੈ, ਵੀ ਇੱਕੇ ਵਰਤ ਰਹੇ ਆਪਾਂ। ਸੋ ਇਹ ਵੀ ਬਹੁਤ ਵੱਡੀ ਗੱਲ ਅੱਜ ਦੇ ਸਮੇਂ ਦੇ ਵਿੱਚ ਕਿ ਬਜ਼ੁਰਗਾਂ ਨੇ ਭਾਵੇਂ ਪੋਰਸ਼ਨ ਦੋ ਬਣਾਏ ਸੀ। ਜ਼ਰੂਰ ਸੋਚਣਾ ਪੈਂਦਾ ਹੈ ਕਿਉਂਕਿ ਸਮਾਜ ਹੈ, ਇਹ ਸੋਚਣਾ ਪੈਂਦਾ ਹੈ ਕਿ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਹੋਏਗਾ, ਕਿਸੇ ਨੂੰ ਪਤਾ ਨਹੀਂ ਹੁੰਦਾ। ਉਹਨਾਂ ਨੇ ਜ਼ਰੂਰ ਸੋਚ ਰੱਖੀ ਕਿ ਪੋਰਸ਼ਨ ਜਦੋਂ ਖੜ੍ਹੇ ਕੀਤੇ, ਭਾਵੇਂ ਹਵੇਲੀ ਇੱਕ ਹੈ, ਦਰਵਾਜ਼ੇ ਵੀ ਦੋ ਰੱਖੇ ਗਏ ਆ, ਪੌੜੀਆਂ ਵਿੱਚ ਰੱਖੀਆਂ ਗਈਆਂ ਅਲੱਗ, ਸਾਰੇ ਅਲੱਗ-ਅਲੱਗ ਤਰੀਕੇ ਨਾਲ ਬਣਾਏ। ਜਿੰਨੀ ਚੀਜ਼ ਇੱਕ ਪਾਸੇ ਬਣਾਈ ਗਈ ਹੈ ਉਨੀ ਹੀ ਦੂਸਰੇ ਪਾਸੇ ਬਣਾਈ ਗਈ ਹੈ। ਪਰ ਬਹੁਤ ਸ਼ਾਬਾਸ਼ੀ ਦੀ ਗੱਲ ਵੀ ਹੈ ਵੀਰੇ ਹੋਰਾਂ ਲਈ ਕਿ ਮਾਣ ਕਰਦੇ ਹੋਣਗੇ ਅੱਜ ਜਿੱਥੇ ਵੀ ਹੋਣਗੇ, ਜਾਂ ਸਾਰਾ ਪਿੰਡ ਵੀ ਇਸ ਗੱਲ ਦੇ ਲਈ ਮਾਣ ਕਰਦਾ ਹੋਏਗਾ। ਸਾਨੂੰ ਵੀ ਮਾਣ ਕਰਨਾ ਚਾਹੀਦਾ ਹੈ ਕਿ ਇਹ ਅੱਜ ਵੀ ਦਿਲਾਂ ਦੇ ਵਿੱਚ ਉਹੀ ਜੀ ਸਾਂਝ ਹੈ ਜਿੱਦਾਂ ਦੀ ਇਹਨਾਂ ਦੇ ਬਜ਼ੁਰਗ ਦੇਖਣੀ ਚਾਹੁੰਦੇ ਸੀਗੇ। ਹਰ ਕੋਈ ਆਪਣਾ ਸੋਚਦਾ ਕਿ ਸਾਡੀ ਫੈਮਿਲੀ ਪਰਿਵਾਰ ਇਕੱਠਾ ਰਹੇ। ਉਹਨਾਂ ਨੇ ਪੋਰਸ਼ਨ ਜ਼ਰੂਰ ਅਲੱਗ ਰੱਖੇ ਸੀ ਇਹ ਸੋਚ ਕੇ ਲੰਮਾ ਕਿ ਆਉਣ ਵਾਲਾ ਸਮਾਂ ਕਿੱਦਾਂ ਦਾ ਹੋਏਗਾ, ਪਰ ਇਹਨਾਂ ਨੇ ਅੱਜ ਵੀ ਸਾਂਝ ਉੱਦਾਂ ਹੀ ਬਰਕਰਾਰ ਹੈ। ਤਾਇਆ ਜੀ ਇਹਨਾਂ ਦੇ ਕੈਨੇਡਾ ਰਹਿੰਦੇ ਨੇ, ਆਪੇ ਇੱਥੇ ਰਹਿੰਦੇ ਆ। ਅਤੇ ਭਾਜੀ ਅੱਜ ਵੀ ਰੁਤਬਾ ਉੱਦਾਂ ਦਾ ਹੀ ਹੈ ਜਿੱਦਾਂ ਦਾ ਉਹਨਾਂ ਦੇ ਟਾਈਮ ਵਿੱਚ ਸੀਗਾ। ਇਹ ਹਵੇਲੀ ਜਿਹੜਾ ਹੈਗਾ ਇੱਕ ਨਿਸ਼ਾਨੀ ਹੈ ਉਸ ਰੁਤਬੇ ਦੀ। ਹੁਣ ਕੰਮ ਕਰ ਕੀ ਕਰਦੇ ਹੋ? ਹੁਣ ਖੇਤੀਬਾੜੀ ਕਰਦੇ ਹਾਂ ਜੀ। ਇਹ ਸਾਡੀ ਇਹੀ ਸੋਚ ਹੈ ਵੀ ਜਿੰਨਾ ਚਿਰ ਹੋ ਸਕਿਆ ਤਾਂ ਸਾਂਭ ਕੇ ਰੱਖਾਂਗੇ ਉਹਦੀ ਨਿਸ਼ਾਨੀ ਨੂੰ। ਹੋਰ ਨਹੀਂ ਕੁਛ ਕਰ ਸਕਦੇ, ਤਾਂ ਇਹਦੀ ਮੁਰੰਮਤ ਕਰਕੇ ਆਪਣੇ ਜਾਣੇ ਦੀ ਜਿਉਂਦੇ ਜਿਉਂਦੇ ਤਾਂ ਨਹੀਂ ਢਾਉਂਦੇ ਇਹਨੂੰ। ਉਹ ਤੋਂ ਬਾਅਦ ਦੇਖਿਆ ਜਾਊ ਕਿਆ ਹੁੰਦਾ ਕਿਆ ਨਹੀਂ ਹੁੰਦਾ, ਇਹ ਆਪਾਂ ਸਾਂਭ ਕੇ ਰੱਖਾਂਗੇ। ਸੋ ਇੱਕ ਮਿਸਾਲ ਹੈ, ਇਹੋ ਜਿਹੀ ਚੀਜ਼ਾਂ ਇੱਕ ਤਾਂ ਇਤਿਹਾਸ ਦੀ ਗਵਾਹੀ ਭਰਦੀਆਂ ਨੇ ਅਤੇ ਪੰਜਾਬੀਆਂ ਦੇ ਸ਼ੌਂਕ ਵੀ ਦੱਸਦੀਆਂ ਨੇ। ਅੱਜ ਵੀ ਲੋਕ ਬਾਹਰ ਜਾਂਦੇ ਆ, ਸਖਤ ਮਿਹਨਤ ਉੱਥੇ ਕਰਦੇ ਆ, ਉੱਥੇ ਮਿਹਨਤ ਕਰਕੇ ਪਰ ਮੋਹ ਨਹੀਂ ਛੱਡਦੇ ਕਦੀ ਪੰਜਾਬ ਦੇ ਨਾਲ, ਫਿਰ ਮੁੜਦੇ ਆ ਪਿੱਛੇ। ਵਧੀਆ ਕੰਮਕਾਰ ਉੱਥੇ ਜ਼ਿੰਦਗੀ ਦੇ ਚੱਲਦਿਆਂ ਵੀ ਇੱਕ ਖਿੱਚ ਬਣੀ ਰਹਿੰਦੀ ਹੈ ਪਿੱਛੇ ਦੀ। ਇੱਕ ਸ਼ੌਂਕ ਜਿਹੜੇ ਹੈਗੇ ਨੇ, ਜਜ਼ਬਾਤ ਨੇ ਦਿਲ ਦੇ, ਉਹ ਹਮੇਸ਼ਾ ਮਜਬੂਰ ਕਰਦੇ ਨੇ ਇੱਥੇ ਆਉਣ ਲਈ। ਫਿਰ ਉਹ ਪਰਦੇਸੀ ਵਾਪਸ ਪਰਤਦੇ ਨੇ, ਫਿਰ ਤਿਆਰ ਹੁੰਦੀਆਂ ਇਹੋ ਜਿਹੀਆਂ ਇਮਾਰਤਾਂ ਇੰਨੀ ਰੀਝਾਂ ਬਣਦੀਆਂ ਕਿ ਜਿਹੜੀਆਂ ਸਦੀਆਂ ਤੱਕ ਗਵਾਹ ਬਣ ਜਾਂਦੀਆਂ ਨੇ, ਇਤਿਹਾਸ ਦਾ ਹਿੱਸਾ ਬਣ ਜਾਂਦੀਆਂ ਨੇ। ਅਤੇ ਉਹਨਾਂ ਦੀ ਜਿਹੜੀ ਉਹ ਮਿਹਨਤ ਹੈ
ਤੇ ਪੰਜਾਬ ਨਾਲ ਜਿਹੜਾ ਉਹਨਾਂ ਦਾ ਪਿੱਛੇ ਮੁੜਨ ਦਾ ਜਿਹੜਾ ਮੋਹ ਸੀਗਾ, ਉਹਦੀ ਜਿਹੜੀ ਇੱਕ ਮਿਸਾਲ ਇਹ ਵੀ ਹੈ ਕਿ ਅੱਜ ਵੀ ਇਹਨਾਂ ਦਾ ਜਿਹੜਾ ਪਰਿਵਾਰ ਇਕੱਠਾ ਹੈ। ਉਮੀਦ ਕਰਦੇ ਹਾਂ ਇਹ ਜਿਹੜੀਆਂ ਪੁਰਾਣੀਆਂ ਇਮਾਰਤਾਂ ਨੇ ਇਸੇ ਤਰ੍ਹਾਂ ਸਾਡੇ ਇਤਿਹਾਸ ਦੀ ਗਵਾਹੀ ਭਰਦੀਆਂ ਰਹਿਣਗੀਆਂ, ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗਦਾ ਰਹੇਗਾ। ਉਮੀਦ ਕਰਦੇ ਹਾਂ ਇਹਨਾਂ ਨੂੰ ਉਸ ਤਰ੍ਹਾਂ ਦੇ ਕਾਰੀਗਰ ਮਿਲ ਜਾਣਗੇ ਕਿ ਇਹ ਪਹਿਲਾਂ ਵਾਲੇ ਰੂਪ ਵਿੱਚ ਆਪਣੇ 'ਚ ਆ ਜਾਏਗੀ ਅਤੇ ਪੀੜ੍ਹੀਆਂ ਸਾਡੀਆਂ ਸਮਝ ਸਕਣਗੀਆਂ ਕਿ ਸਾਡਾ ਇਤਿਹਾਸ ਕਿੱਦਾਂ ਦਾ ਸੀ, ਕਿੱਦਾਂ ਦੇ ਧਾਰਮਿਕ ਵਿਸ਼ਵਾਸ ਸੀ, ਕਿੱਦਾਂ ਦੀਆਂ ਰਹੁ ਰੀਤਾਂ ਸੀ, ਸਾਡੇ ਬਜ਼ੁਰਗ ਕਿਹੋ ਜਿਹੇ ਸਨ। ਉਮੀਦ ਕਰਦੇ ਹਾਂ ਇਹ ਸਟੋਰੀ ਤੁਹਾਨੂੰ ਵਧੀਆ ਲੱਗੀ ਹੋਏਗੀ। ਨਿਰਭੈ ਸਿੰਘ ਦੇ ਨਾਲ ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ।